सो चैप्टर 14 और चैप्टर 14 की 21 तो लैके 31 ताईं जिहड़ी आयत आ ये साइड बाय साइड चल रही है। 945 ਦੇ ਵਿੱਚ ਹੀ ਪ੍ਰਭੂ ਦੇ ਆਉਣ ਤੋਂ 945 ਸਾਲ ਪਹਿਲਾਂ ਜਿਹੜਾ ਸੀਗਾ ਉਹ ਰਾਹਬੋਆਮ ਗੱਦੀ ਦੇ ਉੱਤੇ ਬੈਠਾ ਔਰ ਵਿਦਨ 6 ਮੰਥਸ ਉਹਦਾ ਰਾਜ ਜਿਹੜਾ ਉਹ ਦੋ ਹਿੱਸਿਆਂ ਦੇ ਵਿੱਚ ਵੰਡ ਹੋ ਗਿਆ ਔਰ ਉਹ ਦੂਸਰਾ ਪਾਸਾ ਜਿਹੜਾ ਉਹ ਇਜ਼ਰਾਈਲ ਬਣ ਗਿਆ ਔਰ ਯਾਰਾਬੋਆਮ ਉਧਰਲੇ ਪਾਸੇ ਗੱਦੀ ਦੇ ਉੱਤੇ ਬੈਠਾ। ਸੋ ਜਿਸ ਵੇਲੇ ਅਸੀਂ 14ਵੇਂ ਭਾਵ ਨੂੰ ਬੇਸਿਕਲੀ ਅਸੀਂ 14ਵੇਂ ਭਾਵ ਨੂੰ ਉਸ ਦੀ ਬੇਸਿਕਲੀ 13 ਤੇ 14 ਭਾਵ ਦੀਆਂ ਜਿਹੜੀਆਂ ਅਸੀਂ ਆਇਤਾਂ ਯਾਰਾਬੋਆਮ ਦੇ ਬਾਰੇ ਦੇਖਦੇ ਪਏ ਆ ਉਹ ਜ਼ਿਆਦਾ ਸਾਨੂੰ ਇਸ ਕਰਕੇ ਦਿੱਤੀਆਂ ਗਈਆਂ। ਉਸ ਦਾ ਕਾਰਨ ਇਹ ਹੈ ਕਿ ਜਿਹੜਾ ਰਾਜ ਟੁੱਟ ਕੇ ਗਿਆ ਸੀ ਗਲਤੀ ਜਿਹੜੀ ਸੀਗੀ ਬੇਸਿਕਲੀ ਰਾਹਬੋਆਮ ਦੀ ਸੀ। ਜਿਹੜਾ ਰਾਜ ਟੁੱਟ ਕੇ ਗਿਆ ਸੀ ਦੂਸਰੇ ਪਾਸੇ ਗਿਆ ਸੀ ਉਹਨਾਂ ਨੇ ਪ੍ਰਭੂ ਤੋਂ ਸਲਾਹ ਹੀ ਨਹੀਂ ਲਈ। ਯਾਰਾਬੋਆਮ ਨੇ ਇੰਨੀ ਸ਼ੁਕਰਗੁਜ਼ਾਰੀ ਨਹੀਂ ਪ੍ਰਭੂ ਦੀ ਕੀਤੀ ਕਿ ਤੂੰ ਮੈਨੂੰ ਮੇਰੇ ਔਰ ਮੇਰੇ ਟੱਬਰ ਤੇ ਰਹਿਮ ਕੀਤੀ, ਮੈਨੂੰ ਦਾਊਦ ਦਾ ਰਾਜ ਦਾਊਦ ਦੇ ਹਿੱਸੇ ਦੇ ਵਿੱਚੋਂ ਤੂੰ ਮੈਨੂੰ ਵੀ ਰਾਜ ਦਿੱਤਾ ਔਰ ਤੂੰ ਮੈਨੂੰ 9.5 ਕਬੀਲਿਆਂ ਦੇ ਉੱਤੇ ਰਾਜ ਦਿੱਤਾ ਔਰ 2.5 ਕਬੀਲੇ ਬੇਸਿਕਲੀ ਅਸੀਂ ਅਗਰ ਦੇਖੀਏ ਤਾਂ ਉਹ ਇਸ ਵੇਲੇ ਯਹੂਦਾ ਦੇ ਕੋਲ ਰਹਿ ਗਏ। ਸੋ ਇਧਰਲੇ ਪਾਸੇ ਰਾਹਬੋਆਮ, ਇਧਰਲੇ ਪਾਸੇ ਯਾਰਾਬੋਆਮ ਨੇ ਦਾ ਪਾਪ ਇਹ ਆ ਉਧਰਲੇ ਪਾਸੇ ਕਿ ਉਹਨੇ 2 ਬੱਚੇ ਲਾਏ, ਸੋਨੇ ਦੇ 2 ਬੱਚੇ ਬਣਾਏ ਔਰ ਉਹਨਾਂ ਨੂੰ ਕਿਹਾ ਕਿ ਇਹ ਉਹ ਦੇਵਤੇ ਆ ਜਿਹੜੇ ਤੁਹਾਨੂੰ ਮਿਸਰ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਏ। ਲੋਕਾਂ ਦਾ ਦਿਮਾਗ ਇੰਨਾ ਮੋਟਾ ਆ ਕਿ ਉਹਨਾਂ ਨੇ ਦੇਖਿਆ ਹੀ ਨਹੀਂ ਕਿ ਜਿਸ ਚੀਜ਼ ਦੀ ਜਿਸ ਹਿੱਸੇ ਦੀ ਇਹ ਗੱਲ ਕਰਦਾ ਪਿਆ ਉਹ ਕੂਚ ਦੀ ਪੋਥੀ ਦੀ ਗੱਲ ਕਰਦਾ ਔਰ ਕੂਚ ਦੀ ਪੋਥੀ ਦੇ 32ਵੇਂ ਚੈਪਟਰ ਦੇ ਵਿੱਚ ਅਗਰ ਉਹ ਜਾਣ ਤੇ ਉੱਥੇ ਉਹਨਾਂ ਦੇ ਬਜ਼ੁਰਗੇ ਉਹ ਪਾਪ ਕਰ ਚੁੱਕੇ ਸੀ ਔਰ ਜਿਨ੍ਹਾਂ ਨੇ ਉਹ ਪਾਪ ਕੀਤਾ ਸੀ ਉਹ ਮੌਤ ਦੇ ਘਾਟ ਉਤਾਰ ਦਿੱਤੇ। ਇਹ ਚੀਜ਼ ਉਹਨਾਂ ਨੇ ਦੇਖੀ ਨਹੀਂ। ਸੋ ਉਸਨੇ ਕਿਹਾ ਕਿ ਇੱਕ ਮੰਦਿਰ ਕਿਉਂ ਬਣਾਇਆ ਜਾਏ। ਦਾਨ ਦਾ ਕਬੀਲਾ ਉਹ ਦੂਜੇ ਪਾਸੇ ਨਾਰਥ ਦੇ ਵਿੱਚ ਕੰਢੇ ਦੇ ਉੱਤੇ ਹੈ ਤੇ ਉਹ ਐਡੀ ਦੂਰ ਪ੍ਰਭੂ ਦੇ ਕੋਲ ਬਲੀ ਲੈ ਕੇ ਆਉਂਦੇ ਪਏ। ਤੇ ਮੈਂ ਇਸ ਤਰ੍ਹਾਂ ਕਰਦਾ ਕਿ ਇੱਕ ਮੈਂ ਬੈਤੇਲ ਦੇ ਵਿੱਚ ਬਣਾ ਦਿੰਦਾ, ਇੱਕ ਦਾਨ ਦੇ ਕਬੀਲੇ ਦੇ ਵਿੱਚ ਬਣਾ ਦਿੰਦਾ, ਤੁਸੀਂ ਸੌਖੇ ਹੋ ਗਏ, ਪ੍ਰਭੂ ਵੀ ਖੁਸ਼, ਤੁਹਾਡਾ ਪ੍ਰਭੂ ਵੀ ਖੁਸ਼, ਤੁਸੀਂ ਵੀ ਖੁਸ਼। ਔਰ ਫਿਰ ਉਸਦੀ ਉਹ ਜਿਹੜਾ ਦੂਸਰੇ ਪਾਸੇ ਜਿਹੜੀ ਵੱਡਾ ਪਾਪ ਕਰਦਾ ਪਿਆ, ਪਾਪ ਤੋਂ ਬਾਅਦ ਪਾਪ ਕਰਦਾ ਕਿ ਉਸਨੇ ਇੱਕ ਬੇਦੀ ਬਣਾਈ ਜਿਸ ਤੇ ਉਹਨੇ ਪ੍ਰਭੂ ਨੂੰ ਬਲੀ ਚੜਾਉਣ ਦੀ ਕੋਸ਼ਿਸ਼ ਕੀਤੀ। ਪ੍ਰਭੂ ਨੇ ਯਹੂਦਾ ਤੋਂ ਇੱਕ ਨਬੀ ਘੱਲਿਆ, ਉਸਨੂੰ ਕਿਹਾ ਕਿ ਤੂੰ ਜਾ ਔਰ ਉਸਨੂੰ ਦੱਸ ਦੇ ਕਿ ਇਹ ਤੇਰੀ ਬਲੀ ਸਵੀਕਾਰ ਨਹੀਂ ਹੋਈ, ਇਹ ਬੇਦੀ ਟੁੱਟ ਜਾਏਗੀ ਔਰ ਤੂੰ ਸਵਾਹ ਦੇ ਵਾਂਗੂ ਖਿਲਰ ਜਾਏਗੀ, ਇਸ ਦੀ ਸਵਾਹ ਖਿਲਰ ਜਾਏਗੀ ਔਰ ਉਸੇ ਤਰ੍ਹਾਂ ਤੇਰਾ ਪਰਿਵਾਰ ਖਿਲਰ ਜਾਏਗਾ। ਔਰ ਉਸਨੇ ਕਿਹਾ ਕਿ ਇਸ ਨਬੀ ਨੂੰ ਗ੍ਰਿਫਤਾਰ ਕਰੋ ਔਰ ਇਸ ਨੂੰ ਮੇਰੇ ਕੋਲ ਲੈ ਕੇ ਆਓ। ਔਰ ਉਸਦੀ ਬਾਂਹ ਜਿਹੜੀ ਸੀ ਉਸ ਵੇਲੇ ਸੁੱਕ ਗਈ, ਡਰ ਗਿਆ। ਉਸਨੇ ਨਬੀ ਨੂੰ ਕਿਹਾ ਕਿ ਤੂੰ ਮੇਰੇ ਲਈ ਪ੍ਰਾਰਥਨਾ ਕਰ ਕਿ ਇਹ ਚੀਜ਼ਾਂ ਮੇਰੇ ਨਾਲ, ਇਹ ਜਿਹੜੀ ਮੇਰੀ ਬਾਂਹ ਸੁੱਕੀ ਆ ਇਹ ਠੀਕ ਹੋ। ਨਬੀ ਨੇ ਉਸਦੇ ਲਈ ਪ੍ਰਾਰਥਨਾ ਕੀਤੀ, ਉਹ ਠੀਕ ਹੋ ਗਿਆ। ਉਸਨੇ ਇਹ ਚੀਜ਼ ਨਹੀਂ ਦੇਖੀ ਕਿ ਪ੍ਰਭੂ ਜਿਉਂਦਾ ਹੈ ਔਰ ਉਹਦੀਆਂ ਅੱਖਾਂ ਦੇ ਸਾਹਮਣੇ ਉਹ ਬੇਦੀ ਟੁੱਟ ਗਈ ਔਰ ਸਵਾਹ ਖਿਲਰ ਗਈ। ਲੇਕਿਨ ਉਸ ਤੋਂ ਉਸਨੇ ਫਿਰ ਵੀ ਨਹੀਂ ਸਿੱਖਿਆ, ਹੁਣ ਅਸੀਂ ਕੀ ਦੇਖਦੇ ਪਏ ਹਾਂ, ਇਤਿਹਾਸ ਦੇ ਵਿੱਚ ਕੀ ਹੋ ਰਿਹਾ। ਉਸਨੇ ਉਸ ਨਬੀ ਨੂੰ ਕਿਹਾ ਕਿ ਤੂੰ ਆ ਮੇਰੇ ਨਾਲ ਖਾ ਪੀ
मैं तेनों इनाम भी दूंगा। असी वो सारी चीज देखते, उसने कहा मैं नहीं, मैं दूजे राह वापस जा रहे ना। और फिर एक बुढ़े नबी ने उसने कहा कि नहीं, प्रभु ने मैनू कहा। उसने जाके उसके नाल रोटी खाधी और वो नबी मारिया गया। ये चीजां असी इस वेले इजराइल दे विच हुंदियां देखते पे। और जां असी ये कह सकते हैं, इनू सौखा रखण दे लई असी ये कह सकते हैं कि समारिया दे विच हुंदियां पईयां, सामरियां दे विच हुंदियां पईयां ते यहूदा दे विच हुंदियां पईयां। इनू इदां भी कह सकते। उन्हां नू सामरी कहा जांदा सी, इन्हां नू यहूदा कहा जांदा सी। दूसरे पासे सेम समय दे विच की हो रहा, यहूदा दे विच की हो रहा, प्रभु दा जिथे घर आ उत्थे की हो रहा कि उसने अपना जिहड़ा विआह कराया एक अमोनी औरत दे नाल करा लिया। अमोनी कित्थों पैदा होए सीगे? ਉਹ ਲੂਤ ਦੀ ਸੰਤਾਨ ਤੋਂ ਸੀ। ਲੂਤ ਦੀ ਸੰਤਾਨ ਦੇ ਵਿੱਚ ਉਸਨੇ ਵਿਆਹ ਕਰਾ ਲਿਆ। ਔਰ ਲੂਤ ਦੀ ਸੰਤਾਨ ਉਹ ਆਪਣੇ ਨਾਲ ਦੇਵੀ ਦੇਵਤੇ ਲੈ ਕੇ ਆਈ, ਕਿਉਂਕਿ ਲੂਤ ਦੀ ਸੰਤਾਨ ਤਾਂ ਬਹੁਤ ਦੇਰ ਪਹਿਲਾਂ ਤੋਂ ਉੱਥੇ ਰਹਿੰਦੀ ਸੀ ਉਹਨਾਂ ਦੇ ਵਿੱਚ। ਖੁੱਲਾ ਉਹ ਸਾਰੇ ਆਪਣੇ ਨਾਲ ਜਿਹੜੇ ਦੇਵੀ ਦੇਵਤੇ ਲੈ ਕੇ ਆਈ। और जिसलिए वो देवी देवतियां की जिहड़ी पूजा उसने शुरू करवा दी। सो असीं की देखते पे हैं कि एक तो बाद दूजी गंदगी हो गई, थां थां ते मंदिर बन गए, मंदिरां दे विच हर तरह का व्यवचार हो रहा, हर तरह की गंदगी हो गई। ठीक। और अगर तुसीं इंडिया दे साउथ दे विच जाओ, इधर उड़ीसा दे वाल जाओ, उन्हां इलाकियां दे विच हाले भी मंदिर आ जिथे देवदासियां, और वो मंदिर दी इनकम आ उन्हां देवदासियां दी, उस मंदिर नूं इनकम आउंदी उन्हां तों। सो जिहड़े मर्द उत्थे जाके वो करदे आ, वो देवता उसनूं पाप नहीं कहंदा। सो अगर तुसी अज दी उदाहरण, मैं तुहानूं देवदासियां दी मूवी दिखा सकदा सी, लेकिन इस सच जिदा मन किरकरा हुंदा कि साडे देश विच ये चीज़ हाले भी हो रही है, तो इस करके मैं तुहानूं दिखाई नहीं। अज भी ये चीज़ां हो रही। एनी हाउ, सो प्रभु तो दूर हो गया, उसने ये काम करने शुरू कर दिते। और हुण की हुंदा पिया कि प्रभु ने ਉਹਦੇ ਤੇ दूसरे पासे प्रभु गुस्से ਦੇ ਵਿੱਚ आया कि नहीं ये गलत। सो प्रभु ने ਉਹੀ इजिप्ट जिथों ਉਹ निकले सी ते सोना चांदी लैके निकले सी, हर तरह की मैटल लैके निकले सी, हर तरह का जानवर लैके निकले सी, हर तरह का कपड़ा लैके निकले सी। उन्हां दे कोल इन्ना सी कि जिसले उन्हां ने उजाड़ दे विच प्रभु दा घर बनाउणा सी, तो जिसले मूसा ने कहा कि सोना चांदी और कहां लैके आओ और कपड़ा लैके आओ, उन्हां कोल इन्ना सी कि मूसा नूं कहना पिया कि भाई बस करो, हुण बहुत हो गया, होर ना लैके आओ, होर ना लैके आओ, साडे कोल जरूरत तो ज्यादा। तो कित्थों लैके आए सी? उजाड़ तो उन्होंने लभ्या सी? नहीं, वो सारा कुछ मिस्र चो लैके। और हुण की हो रहा कि प्रभु ने शिशक नूं कलिया। और असीं जिसले वो मूवी देखी है, उस मूवी नूं देखण दा जिहड़ा मंतव सीगा वो ये सीगा कि जिहड़ा उत्थे दा एनोख दा जिहड़ा मंदिर आ, उस मंदिर दे बाहर हरेक राजा, वो मंदिर हरेक राजे दे समय च वड्डा हुंदा जांदा सी। जिस पहले ने पहला हिस्सा बनाया, उन्हें जिन्नियां लड़ाइयां कीतियां, जिन्नियां जित्तां कीतियां, उस कंध दे उत्ते वो सारियां लिखियां गई। उस तो बाद जिहड़ा आया, उसने उस तो अगला हिस्सा बनाया, उन्हें कंध बनाई, और कंध ते जो कुछ उहदे समय दे विच होया वो लिखिया गया। ये असीं हुण बाहर ताईं शीशक दे उत्ते आ चुके। शीशक दे विच असीं देखदे पए हां कि वो हिब्रूस लोकां दे कोल आया, वो इस इलाके दे विच आया,
और आके वो इथों लुट के लैके गया। लुट के की लैके गया? प्रभु दे घर चों सोना ते चांदी। प्रभु सोना ते चांदी लुट के की लैके गया? ਜਿਹੜੀਆਂ ਸੋਲੋਮਨ ਦੇ ਦਰਬਾਰ ਦੇ ਵਿੱਚ ਸੋਨੇ ਦੀਆਂ ਢਾਲਾਂ ਲੱਗੀਆਂ ਸੀ, ਸੋਨੇ ਦੀਆਂ ਤਲਵਾਰਾਂ ਲੱਗੀਆਂ ਸੀ। ਲਿਖਿਆ ਨਾ ਕਿ ਸੋਨੇ ਚਾਂਦੀ ਦਾ ਕੋਈ ਘਾਟ ਨਹੀਂ ਸੀ। ਘੋੜੇ ਵੀ ਚਾਂਦੀ ਦੇ ਕਿੱਲਿਆਂ ਦੇ ਨਾਲ ਬੰਨੇ ਜਾਂਦੇ ਸੀ। ਉਹ ਲੁੱਟ ਕੇ ਉਹ ਲੁੱਟ ਕੇ ਲੈ ਗਏ। ਸਾਨੂੰ ਹਮੇਸ਼ਾ ਸਿੱਖਦੇ ਕੀ ਹਾਂ ਅਸੀਂ? ਹਾਂਜੀ ਜਾਇਦ ਇੱਥੋਂ ਸਿੱਖਦੇ ਕੀ? ਇੱਥੋਂ ਸਿਰਫ ਅਸੀਂ ਇੱਕ ਚੀਜ਼ ਸਿੱਖਦੇ ਹਾਂ ਕਿ ਉਹ ਜਿਹੜਾ ਮਹਿਲ ਆ ਉਸ ਦਾ ਘਰ ਆ ਤੇ ਜਿਹੜਾ ਮੰਦਰ ਆ ਉਹ ਸਾਡਾ ਅੰਤ ਕਰਨ। ਔਰ ਗੁਨਾਹ ਇੱਕ ਐਸੀ ਚੀਜ਼ ਆ ਕਿ ਦੋਨਾਂ ਦੇ ਖਜ਼ਾਨਿਆਂ ਨੂੰ ਲੁਟਾ ਦਿੰਦਾ। ਉਹ ਘਰ ਦੇ ਖਜ਼ਾਨੇ ਨੂੰ ਵੀ ਲੁਟਾ ਦਿੰਦਾ ਔਰ ਉਹ ਅੰਤ ਕਰਨ ਦੇ ਉਸ ਮੰਦਰ ਦੇ ਖਜ਼ਾਨੇ ਨੂੰ ਵੀ ਲੁਟਾ ਦਿੰਦਾ। ਦੋਨੇ ਲੁੱਟ ਹੋ ਗਏ ਜੋ ਪ੍ਰਭੂ ਨੇ ਆਪਣੀ ਦਇਆ ਦੇ ਕਾਰਨ ਉਹਨਾਂ ਨੂੰ ਦਿੱਤਾ ਸੀ। ਤੇ ਹੁਣ ਉਸਨੇ ਕੀ ਕੀਤਾ? ਹੁਣ ਉਸਨੇ ਇੱਕ ਵਚਨ ਦੱਸਦਾ ਕਿ ਉਸਦੇ ਪਿੱਛੋਂ ਰਾਜਾ ਰਯਾਹ ਨੇ ਬਾਕੀ ਦੇ ਅੱਛਾ ਸੋਨੇ ਦੀਆਂ ਢਾਲਾਂ ਦੀ ਥਾਂ ਕਹੇ ਦੀਆਂ ਢਾਲਾਂ ਬਣਾਈਆਂ ਤੇ ਉਹਨਾਂ ਦੇ ਉੱਤੇ ਚਾਂਦੀ ਤੋਂ ਉਹਨਾਂ ਦੇ ਉੱਤੇ ਸੋਨੇ ਦਾ ਕੀ ਕਹਿੰਦੇ ਪਾਣੀ ਫੇਰ ਲਿਆ। ਨਕਲੀ ਅਸਲ ਉਹ ਲੈ ਗਿਆ, ਨਕਲ ਬਾਕੀ ਹੈ। ਦੇਸ਼ ਦੇ ਦੋ ਟੋਟੇ ਹੋ ਗਏ। ਦੇਸ਼ ਦੇ ਦੋ ਟੋਟੇ ਹੋ ਗਏ। ਬੜਾ ਸੁਲੇਮਾਨ ਰਾਣੀਆਂ ਦੇ ਮੋਢੇ ਦੇ ਉੱਤੇ ਹੱਥ ਰੱਖ ਕੇ ਦੋਨਾਂ ਰਾਣੀਆਂ ਦੇ ਮੋਢੇ ਤੇ ਹੱਥ ਰੱਖ ਕੇ ਤੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਜਾਂਦਾ ਹੁੰਦਾ ਸੀ। ਔਰ ਉਹਨਾਂ ਵਿੱਚੋਂ ਇੱਕ ਰਾਣੀ ਪਤਾ ਕਿਹੜੀ ਸੀਗੀ? ਜਿਹਨੂੰ ਇਜਿਪਟ ਤੋਂ ਵਿਆਹ ਕੇ ਲਿਆਇਆ ਸੀ, ਸਭ ਤੋਂ ਪਹਿਲੀ ਪਤਨੀ ਉਸਦੀ। ਔਰ ਇਜਿਪਟ ਦੇ ਸ਼ੀਸ਼ਕ ਦੇ ਉਹ ਭੈਣ ਸੀ। ਸ਼ੀਸ਼ਕ ਦਾ ਜਿਹੜਾ ਬਾਪ ਸੀ ਉਹਨੇ ਉਸਨੂੰ ਇਹ ਆਪਣੀ ਧੀ ਇੱਕ ਵਿਆਹ 'ਚ ਦਿੱਤੀ ਔਰ ਉਸਨੂੰ ਧਰਤੀ ਵੀ ਦਿੱਤੀ। ਕਿਹੜੀ ਧਰਤੀ ਦਿੱਤੀ? ਹਾਂ ਤੁਹਾਨੂੰ ਮੈਂ ਦਿਖਾਣਾ। ਰਿਮੈਂਬਰ ਜਦੋਂ ਅਸੀਂ ਪੜ੍ਹਦੇ ਪਏ ਸੀ ਕਿ ਜਿਸ ਵੇਲੇ ਸੁਲੇਮਾਨ ਦਾ ਵਿਆਹ ਹੋਇਆ, ਪਹਿਲਾ ਵਿਆਹ ਹੋਇਆ, ਤੇ ਸੁਲੇਮਾਨ ਨੂੰ ਇੱਥੋਂ ਇਹਨਾਂ ਦਾ ਬੇਸਿਕਲੀ ਜਿਹੜਾ ਰਾਜ ਸੀ ਇੱਥੇ ਫਿਲਿਸਤੀਨ ਦੇ ਤਾਈਂ ਸੀਗਾ। ਮੋਆਬ ਤੱਕ ਏਰੀਆ ਦੇ ਵਿੱਚ ਸਿਰਫ ਇੰਨਾ ਸੀ। ਜਿਹੜਾ ਥੱਲੜੀ ਸਾਰੀ ਜ਼ਮੀਨ ਸੀ ਇਹ ਇਜਿਪਟ ਦੇ ਹੱਥ ਦੇ ਵਿੱਚ ਸੀ। ਸੋ ਉਸਨੇ ਕੀ ਕੀਤਾ? ਉਸਨੇ ਆਪਣੀ ਧੀ ਦਿੱਤੀ ਔਰ ਪਲੱਸ ਸਾਰੀ ਜ਼ਮੀਨ ਉਸਨੂੰ ਦਿੱਤੀ ਔਰ ਇਸ ਦੇ ਨਾਲ ਅਸੀਂ ਉੱਥੇ ਪੜ੍ਹਦੇ ਕਿ ਉਸਨੇ ਸਮੁੰਦਰੀ ਜਹਾਜ਼ ਵੀ ਦਿੱਤਾ ਜਿੱਥੇ ਉਸਨੇ ਗਲਫ ਆਫ ਐਕਬਾ ਦੇ ਵਿੱਚੋਂ ਹਿੱਸਾ ਵੀ ਦਿੱਤਾ। ਇਧਰਲੇ ਪਾਸੇ ਸਮੁੰਦਰ ਨੂੰ ਵੀ ਹਿੱਸਾ ਦਿੱਤਾ। ਔਰ ਇਹ ਸਮੁੰਦਰ ਦਾ ਮਤਲਬ ਇਹ ਆ ਕਿ ਹੁਣ ਜਿਹੜੀ ਟ੍ਰੇਡ ਆ ਉਹ ਇੰਡੀਆ ਤੱਕ ਜਾ ਸਕਦੀ ਆ। ਜਿਹੜਾ ਸਮੁੰਦਰ ਇਧਰਲੇ ਪਾਸੇ ਜਿਹੜੀ ਟ੍ਰੇਡ ਆ
ਉਹ ਬੇਸਿਕਲੀ ਸਾਰੇ ਦੇ ਸਾਰੇ ਜਿਹੜਾ ਯੂਰਪ ਅੱਜ ਦਾ ਉਧਰ ਨੂੰ ਜਾ ਸਕਦੀ। ਇਧਰਲੇ ਪਾਸੇ ਜਿਹੜੀ ਟ੍ਰੇਡ ਆ ਅੱਜ ਦਾ ਇੰਡੀਆ, ਪਾਕਿਸਤਾਨ ਔਰ ਜਿਹੜਾ ਸ਼੍ਰੀਲੰਕਾ, ਉਧਰਲੇ ਸਾਰੇ ਇਲਾਕੇ ਔਰ ਘੁੰਮ ਕੇ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਅੱਜ ਦਾ ਬੰਗਲਾਦੇਸ਼ ਆ ਔਰ ਘੁੰਮ ਕੇ ਚਾਈਨਾ ਤੱਕ ਜਾ ਸਕਦੀ ਸੀ। ਇਸ ਦਾ ਮਤਲਬ ਆਹ ਸੀ। ਔਰ ਹੁਣ ਉਸਨੇ ਆਪਣੀ ਉਹ ਸਾਰੀ ਜਗ੍ਹਾ ਵਾਪਸ ਲੈ ਲਈ, ਸਭ ਕੁਝ ਵਾਪਸ ਲੈ ਲਿਆ। ਔਰ ਉਸਨੇ ਉੱਥੋਂ ਮੰਦਿਰ ਦੇ ਵਿੱਚੋਂ ਵੀ ਔਰ ਉਸਨੇ ਉੱਥੋਂ ਵੀ ਲੁੱਟ ਕੇ ਉਹ ਸਭ ਕੁਝ ਵਾਪਸ ਲੈ ਆਇਆ। ਸ਼ੀਸ਼ਕ ਨੂੰ ਇਸ ਚੀਜ਼ ਦਾ ਗੁੱਸਾ ਸੀ ਕਿ ਮੇਰੀ ਭੈਣ ਨੂੰ ਵਿਆਹ ਕੇ ਲੈ ਕੇ ਗਿਆ ਸੁਲੇਮਾਨ ਤੇ ਉਸਨੇ ਉਹਦੇ ਪੁੱਤਰ ਨੂੰ ਰਾਜਾ ਨਹੀਂ ਬਣਾਇਆ। और उसने अपना गुस्सा कढ़िया। वो एक्चुअली अपनी भैन नूं भी वापस लै गया, ਉਹਦੇ बेटे नूं भी वापस लै गया और नाल ये सारियां चीज़ां भी। और प्रभु ने हो लैण दित्ता। प्रभु दे मंदिर दे खजाने लुटे गए, जिथे वो आप रहिंदा सी रहबोआम, वो खजाने लुटे गए। लोग फिर खुश नहीं होए, लोकां नूं खुश करता सी, वो फिर खुश नहीं होए। इसे तरह असीं कई बार लोकां नूं खुश कर दे अपने सारे खजाने लुटवा देने। अपने अंदर दे जिहड़ा अंतकरण च मंदिर आ उहदे भी खजाने लुट हो जांदे ते बाहरले भी लुट हो जाते, ना अंदर हथ पैंदा ना बाहर। और दूसरे पासे याराबोआम नूं असीं देखते पए वो भी ये सारे काम करता पे। और जिसले असीं 14वें चैप्टर दे विच आउणे आ तो प्रभु ने जो किया वो हो गया। उसके घर एक पुत्र पैदा होया और पुत्र बहुत बीमार सी। याराबोआम दा जो सामरिया दा राजा है, दूसरे पासे दा राजा है, उसका पुत्र बहुत बीमार सी। उसकी पत्नी नूं किसी ने कहा कि तू इत्थे अबिया नबी उहदे कोल जा। किसी ने अबिया नूं जाके पहले दस दिता कि राणी आ गई। उत्थे जाके उसने बेचारी ने बथेरा अपने आप नूं कहा कि नहीं, मैं एक साधारण औरत हां जो तेरे कोल आई। कहंदा मैनूं पता तू कौन। उसने दस्सिया कि तेरे खानदान दे नाल की होएगा। इसने मेरे विरुद्ध पाप किया, सारा कुछ देखते हुए मेरे विरुद्ध पाप किया, ये मारिया जाएगा। और इन्हों गिरजा तेनू ते तेरे टब्बर नूं गिरजा खाणगियां इक्को ही इज्जत नाल दबाया जाएगा। वो जिहड़ा ये पुत्र आ जिसके साह मैं लाऊंगा, वो ही सिर्फ एक राजकुमारा वांग दबाया जाएगा। और याराबोआम नाल बिल्कुल यही, इसलिए उसने अपने 22 साल राज दे पूरे कर ले ਉਹਦੇ ਨਾਲ और ਉਹਦੇ ਟੱਬਰ ਦੇ ਨਾਲ बिल्कुल ਇਹੋ ਹੀ ਹੋਇਆ। और उसनूं उन्होंने दफना दिता। पर उसकी जगह ते उसका पुत्र नदाब जिहड़ा सी वो गद्दी दे उत्ते बैठा। और इधरले पासे असीं देखते पे हैं कि रहबोआम दा पुत्र गद्दी से बैठा। और फर्क कितना, प्रभु यसु मसीह दे आउण तो 928 साल पहला रहबोआम मरिया और प्रभु यसु मसीह दे आउण तो 923 साल पहला याराबोआम मरिया। एक ने 17 साल राज किया, एक ने 22 साल राज किया। असीं देखते पे जिसले प्रभु ने सुलेमान नूं सराफ दिता सी कि तू जो करदा पिया, तू जो कुछ करदा पिया, तू राणियां नूं खुश करदा पिया।
किन्नी अमोन देवते की पूजा की। इको चीज देख लो, चलो बाकी राणियां नूं छड्डो, एक नूं देख लो, जिहड़ी मिस्र तो ब्याह के लैके आया सी, उहदे कहे दे उत्ते अमोन देवते की पूजा की। वो खुश हो गई? नहीं। ਉਹਦਾ ਭਰਾ ਸ਼ੀਸ਼ਕ ਸੁਲੇਮਾਨ ਦੇ ਮਰਨ ਤੋਂ 5 ਸਾਲ ਬਾਅਦ ਆਇਆ और लुट के ले गया सारा। कि उन्हें क्या कि नहीं नहीं नहीं, तू ये काम नहीं करना, मेरे कहे थे सोलोमन ने साडे देवते की पूजा की सी, सब कुछ ठीक ठाक, मैं खुश हाँ। क्या उन्हें नहीं किया, नहीं किया। So be very careful। ये चीज़ां असीं सीखते हैं, ये इतिहासक चीज़ां ये सानूं दिखाउंदियां। ये साडे अंदर प्रभु दा पवित्र डर पाउंदियां कि नहीं, और ये सानू वखरा रख दिया, मेरे लिए नहीं, मेरे लिए। दाऊद ने हमेशा ये चीज कही, मेरे लिए नहीं, पर मैं अपने प्रभु था। जबूर पढ़ के देखियो ने कितनी बारी क्या, पर मैं अपने प्रभु थे। उसने कभी नहीं क्या मेरे सारे लोग, मेरा सारा टब्बर, मेरे आ लोग जो कर दे करी जान, पर मैं अपने प्रभु के नाल बलि चढ़ा। It's a very personal thing। क्योंकि जो उसने आ दिता है घर और ये अंदर मंदिर, और जो कुछ उसने अंदर पाया वो खजाने है। और इन चीजों बड़ा ध्यान दे नाल रखो, ये खजाने बड़े सांभ सांभ के रखना, क्योंकि दुनिया दे विच बहुत शीशक तुरे फिरते, जिन्हां दे गल छाले प्रभु ने रस्सी पाई हो, वो किसी की भी रस्सी खोल सकता। आओ अगे वधिए, हुण अगलियां दीयां करतूतां देखिए जिहड़े हुण नवें आए। 15वें भाव च असीं आ गए। सो हुण असीं वापस 15वें भाव च असीं फिर वापस जिहड़ी स्टोरी शुरू हुई आ, ओह जिहड़ा अद्धा उपरला जिहड़ा राज है, ਜਿਹੜੇ ਆਪਣੇ ਆਪ ਨੂੰ ਇਸਰਾਇਲ ਕਹਿੰਦੇ ਆ, ਔਰ ਜਿਨ੍ਹਾਂ ਨੂੰ ਸਾਮਰੀ ਵੀ ਕਿਹਾ ਜਾਂਦਾ, ਉਹਨਾਂ ਤੋਂ ਹੁਣ ਅਸੀਂ ਦੇਖਣ ਲੱਗੇ ਆ ਕਿ 928 ਸਾਲ ਤੋਂ ਬਾਅਦ ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ। ਸੋ ਹੁਣ ਜਿਹੜੀ ਗਿਣਤੀ ਹੈ ਜਿਸ ਲਈ ਉਹ ਅੱਗੇ ਪਿੱਛੇ ਜਾਂਦੀ ਰਹਿਣੀ ਹੈ। ਓਕੇ, ਇਸ ਚੀਜ਼ ਦਾ ਧਿਆਨ ਰੱਖਿਓ। ਸੋ ਇਹ ਨਹੀਂ ਕਿ ਪਾਸਟਰ ਜੀ ਤੁਸੀਂ ਸਾਨੂੰ 20ਵੀਂ ਆਇਤ ਦੇ ਵਿੱਚ 923 ਲਿਖਾਤਾ ਤੇ ਫਿਰ ਵਿੱਚੇ 940 ਲਿਖਾਤਾ, ਵਿੱਚੇ 928 ਲਿਖਾਤਾ। ਉਸ ਮਤਲਬ ਇਹ ਆ ਕਿ ਜਿਸਲੇ ਮੈਂ ਤੁਹਾਨੂੰ ਇੱਧਰ ਜਿਲੇ ਮੈਂ ਦੁਆਰਾ ਨੰਬਰ ਸ਼ੁਰੂ ਕਰਦਾ, ਮੈਂ ਇੱਕ ਵੱਖਰੇ ਰਾਜ ਦੀ ਗੱਲ ਕਰਦਾ ਪਿਆ। ਉਹ ਜਿਹੜਾ ਜਾਂ ਮੈਂ ਉੱਪਰਲੇ ਰਾਜ ਦੀ ਗੱਲ ਕਰਦਾ ਪਿਆ, ਜਾਂ ਮੈਂ ਜਿਹੜਾ ਥੱਲੜਾ ਰਾਜ ਆ ਉਹਦੀ ਗੱਲ ਕਰਦਾ ਪਿਆ। ਸੋ ਇਸ ਕਰਕੇ ਜਿਸਲੇ ਦੋਨਾਂ ਰਾਜਾਂ ਦੀ ਬਾਰੇ ਅਸੀਂ ਗੱਲ ਕਰਨੀ ਆ ਤਾਂ ਨੰਬਰ ਜਿਹੜੇ ਆ ਉਹ ਉੱਪਰ ਥੱਲੇ ਜਾਣੇ, ਕਿਉਂਕਿ ਅਸੀਂ ਇੱਕ ਵਾਰੀ ਇੱਧਰਲੇ ਰਾਜ ਦੀ ਗੱਲ ਕਰਨੀ ਆ, ਇੱਕ ਵਾਰੀ ਦੂਸਰੇ ਪਾਸੇ ਦੇ ਰਾਜ ਦੀ ਗੱਲ ਕਰਨੀ ਆ। 15वें भाव ਦੇ ਮੈਂ ਤੁਹਾਨੂੰ ਕੱਲ ਨੂੰ ਸਾਰਾ टाइम लाइन ਦਊਂਗਾ। सो आओ ਅਸੀਂ ਅੱਗੇ ਪੜ੍ਹੀਏ 15ਵਾਂ ਭਾਵ ਉਸਦੀ 1 ਆਇਤ ਤੋਂ ਲੈ ਕੇ 8 ਆਇਤ ਤੱਕ।
मैं पढ़ दूंगी पास्टर जी। ਯਹੂਦਾ ਦਾ ਰਾਜਾ ਅਬਿਆਮ। ਨਬਾਟ ਦੇ ਪੁੱਤਰ ਯਾਰਾਬਾਮ ਦੇ ਰਾਜ ਦੇ 18ਵੇਂ ਸਾਲ ਵਿੱਚ ਅਬਿਆਮ ਯਹੂਦਾ ਦਾ ਰਾਜਾ ਬਣਿਆ। ਅਬਿਆਮ ਨੇ ਯਰੂਸ਼ਲਮ ਵਿੱਚ 3 ਸਾਲਾਂ ਤੱਕ ਰਾਜ ਕੀਤਾ। ਉਸ ਦੀ ਮਾਂ ਦਾ ਨਾਮ ਮਕਾਹ ਸੀ, ਜੋ ਅਬੀਸ਼ਾਲੋਮ ਦੀ ਧੀ ਸੀ। ਉਸਨੇ ਆਪਣੇ ਪਿਤਾ ਵਾਲੇ ਸਾਰੇ ਪਾਪ ਕੀਤੇ ਅਤੇ ਉਹ ਪ੍ਰਭੂ ਆਪਣੇ ਪਰਮੇਸ਼ਰ ਦੇ ਪਿੱਛੇ ਆਪਣੇ ਦਾਦੇ ਦਾਊਦ ਵਾਂਗ ਨਹੀਂ ਚੱਲਿਆ ਸੀ। ਪਰ ਫਿਰ ਵੀ ਪਰਮੇਸ਼ਰ ਨੇ ਦਾਊਦ ਦੇ ਕਾਰਨ ਅਬਿਆਮ ਨੂੰ ਇੱਕ ਪੁੱਤਰ ਦਿੱਤਾ, ਜੋ ਉਸਦੇ ਪਿੱਛੋਂ ਯਰੂਸ਼ਲਮ ਦੀ ਰਾਜਗੱਦੀ ਉੱਤੇ ਬੈਠਾ ਕਿ ਉਹ ਉਸ ਨੂੰ ਕਾਇਮ ਰੱਖੇ। ਪ੍ਰਭੂ ਨੇ ਇਹ ਕੀਤਾ ਕਿਉਂਕਿ ਦਾਊਦ ਹਿੱਤੀ ਊਰੀਆ ਦੇ ਮਾਮਲੇ ਨੂੰ ਛੱਡ ਕੇ ਹਮੇਸ਼ਾ ਉਸਦੇ ਹੁਕਮਾਂ ਅਨੁਸਾਰ ਚੱਲਿਆ ਸੀ। ਜਿਸ ਤਰ੍ਹਾਂ ਰਹਬੋਆਮ ਅਤੇ ਯਾਰਾਬਾਮ ਵਿਚਕਾਰ ਜੀਵਨ ਭਰ ਲੜਾਈ ਹੁੰਦੀ ਰਹੀ, ਉਸੇ ਤਰ੍ਹਾਂ ਅਬਿਆਮ ਅਤੇ ਯਾਰਾਬਾਮ ਵਿਚਕਾਰ ਵੀ ਜੀਵਨ ਭਰ ਲੜਾਈ ਹੁੰਦੀ ਰਹੀ। ਅਬਿਆਮ ਦੇ ਬਾਕੀ ਦੇ ਸਭ ਕੰਮਾਂ ਦਾ ਹਾਲ ਯਹੂਦਾ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। ਅੰਤ ਅਬਿਆਮ ਮਰ ਗਿਆ ਅਤੇ ਉਸਨੂੰ ਉਸਦੇ ਪੁਰਖਿਆਂ ਦੇ ਨਾਲ ਦਾਊਦ ਦੇ ਸ਼ਹਿਰ ਵਿੱਚ ਦਫਨਾ ਦਿੱਤਾ ਗਿਆ। ਉਸ ਦੀ ਥਾਂ ਯਹੂਦਾ ਦਾ ਰਾਜਾ ਉਸਦਾ ਪੁੱਤਰ ਆਸਾ ਬਣਿਆ। ਸੋ ਹੁਣ ਅਸੀਂ ਇਹ ਦੇਖਦੇ ਪਏ ਆ ਕਿ ਯਾਰਾਬਾਮ ਹਾਲ, ਜਿਸ ਨੇ ਤੁਹਾਨੂੰ ਕਿਹਾ ਸੀ ਯਾਰਾਬਾਮ ਹਾਲੇ ਜਿੰਦਾ ਸੀ ਜਿਸ ਵੇਲੇ ਰਾਹਬੋਆਮ ਮਰ ਗਿਆ, ਜਿਸ ਵੇਲੇ ਯਹੂਦਾ ਦਾ ਰਾਜਾ ਮਰ ਗਿਆ, ਜਿਹੜਾ ਕਿ ਸੁਲੇਮਾਨ ਦੀ ਸੰਤਾਨ ਸੀਗਾ, ਉਹ ਮਰ ਗਿਆ, ਜਿਹੜਾ ਦਾਊਦ ਦੇ ਵੰਸ਼ ਵਿੱਚੋਂ ਸੀ ਜਿਸ ਲਈ ਉਹ ਮਰ ਗਿਆ। ਉਸ ਵੇਲੇ ਹਾਲੇ ਦੂਜੇ ਪਾਸੇ ਵਾਲਾ ਜਿਹੜਾ ਰਾਜਾ ਸੀ ਉਹ ਜਿਉਂਦਾ ਸੀ, ਉਹਨੇ 5 ਸਾਲ ਹਾਲੇ ਹੋਰ ਰਾਜ ਕੀਤਾ। ਸੋ ਉਸ ਸਮੇਂ ਦੇ ਵਿੱਚ ਜੇ ਅਸੀਂ ਦੇਖਦੇ ਪਏ ਆ ਕਿ ਅਬਿਆਮ ਜਿਹੜਾ ਹੈ ਉਹ ਜਿੱਦਾਂ ਕਿ ਸੁਲੇਮਾਨ ਦਾ ਜਿਹੜਾ ਪੋਤਾ ਆ ਔਰ ਦਾਊਦ ਦਾ ਪੜਪੋਤਾ ਅਬਿਆਮ ਗੱਦੀ ਦੇ ਉੱਤੇ ਬੈਠਾ। ਔਰ ਇਹਦੇ ਵਿੱਚ ਇੱਕ ਬਹੁਤ ਹੀ ਪਿਆਰੀ ਚੀਜ਼, ਇਸ ਹਿੱਸੇ ਦੇ ਵਿੱਚ ਸਭ ਤੋਂ ਸੁੰਦਰ ਚੀਜ਼ ਆ ਜਿਹੜੀ ਅਸੀਂ ਮਿਸ ਕਰ ਜਾਂਦੇ ਹਾਂ ਕਿ ਅਬਿਆਮ ਗੱਦੀ ਤੇ ਬੈਠਾ ਔਰ ਉਹਦੀ ਮਾਂ ਦਾ ਨਾਮ ਮਕਾਹ ਸੀ, ਜੋ ਅਬੀਸ਼ਲੋਮ ਦੀ ਧੀ ਸੀ। ਔਰ ਸਾਨੂੰ ਪਤਾ ਕਿ ਉਹ ਅਮੋਨੀ ਸੀ, ਲੂਤ ਦੇ ਟੱਬਰ ਦੇ ਵਿੱਚੋਂ ਸੀ ਔਰ ਉਹਨਾਂ ਹੀ ਦੇਵੀ ਦੇਵਤਿਆਂ ਨੂੰ ਉਹ ਮੰਨਦੀ ਸੀ ਔਰ ਉਹ ਹੀ ਦੇਵੀ ਦੇਵਤੇ ਲੈ ਕੇ ਆਈ ਸੀ। ਸੋ ਉਸਦੇ ਬਾਪ ਨੇ ਵੀ, ਅਸੀਂ ਦੇਖਦੇ ਪਏ ਕਿ ਅਬਿਆਮ ਨੇ ਵੀ ਉਹ ਸਾਰੇ ਆਪਣੀ ਮਾਂ ਵਾਲੇ ਪਾਪ ਕੀਤੇ ਜਿਸ ਤਰ੍ਹਾਂ ਉਸਦਾ ਬਾਪ ਕਰਦਾ ਸੀ। ਪਰ ਪ੍ਰਭੂ ਨੇ ਫਿਰ ਵੀ ਕਿਰਪਾ ਕੀਤੀ। ਹੁਣ ਦੇਖੋ ਪ੍ਰਭੂ ਦੀ ਦਇਆ, ਹੁਣ ਦੇਖੋ ਉਸ ਦੀ ਦਇਆ। ਪ੍ਰਭੂ ਨੇ ਫਿਰ ਵੀ ਕਿਰਪਾ ਕੀਤੀ। ਪ੍ਰਭੂ ਨੇ ਉਸ ਨੂੰ ਇੱਕ ਪੁੱਤਰ ਦੀ ਦਾਤ ਦਿੱਤੀ, ਜੋ ਉਸ ਤੋਂ ਬਾਅਦ ਉਸ ਗੱਦੀ ਦੇ ਉੱਤੇ ਬੈਠੇ। ਪ੍ਰਭੂ ਨੇ ਦਇਆ ਕਿਉਂ ਕੀਤੀ? ਔਰ ਉਹ ਹਿੱਸਾ ਆਉਂਦਾ 5ਵੀਂ ਆਇਤ। 5ਵੀਂ ਆਇਤ ਨੂੰ ਸਿਸਟਰ ਜੀ ਦੁਆਰਾ ਪੜ੍ਹੀ। ਪ੍ਰਭੂ ਨੇ ਇਹ ਕੀਤਾ ਕਿਉਂਕਿ ਦਾਊਦ ਹਿੱਤੀ ਊਰੀਆ ਦੇ ਮਾਮਲੇ ਨੂੰ ਛੱਡ ਕੇ ਹਮੇਸ਼ਾ ਉਸਦੇ ਹੁਕਮਾਂ ਅਨੁਸਾਰ ਚੱਲਿਆ ਸੀ। ਔਰ ਹਿੱਤੀ ਊਰੀਆ ਦੇ ਜਿਸ ਲਈ ਉਸਨੇ ਉਹ ਵੀ ਪਾਪ ਕੀਤਾ ਤਾਂ ਉਸਨੇ ਆਪਣੇ ਪਾਪ ਨੂੰ ਲੁਕੋਇਆ। ਉਹ ਸੰਗਤ ਦੇ ਸਾਹਮਣੇ ਤੱਪੜ ਪਾ ਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਚਲਾ ਗਿਆ। ਮਸੀਹ ਮੈਂ ਪਾਪ ਕੀਤਾ। ਉਸਨੇ ਆਪਣਾ ਪਾਪ, ਔਰ ਉੱਥੋਂ 2 ਜ਼ਬੂਰ ਸਾਨੂੰ ਮਿਲਦੇ, ਜ਼ਬੂਰ 32 ਔਰ ਜ਼ਬੂਰ 51। ਜ਼ਬੂਰ 32 ਔਰ ਜ਼ਬੂਰ 51, ਇਹ 2 ਜ਼ਬੂਰ ਮਿਲਦੇ ਆ
कि ये 2 जबूरा ने उसकी जान बचा ली। कोई जाना पढ़े जबूर 32 और कोई जाना पढ़े जबूर 51। दोनों जबूर से पढ़ा। जिस नंबर ਮਾਫੀ ਲਈ ਖੁਸ਼ੀ। ਜਬੂਰ 32। ਉਹ ਮਨੁੱਖ ਧਨ ਹੈ ਜਿਸ ਦੇ ਅਪਰਾਧ ਮਾਫ ਹੋ ਚੁੱਕੇ ਹਨ, ਜਿਸ ਦਾ ਪਾਪ ਢਕਿਆ ਜਾ ਚੁੱਕਾ ਹੈ। ਉਹ ਮਨੁੱਖ ਧਨ ਹੈ ਜਿਸ ਨੂੰ ਪ੍ਰਭੂ ਦੋਸ਼ੀ ਨਹੀਂ ਠਹਿਰਾਉਂਦਾ, ਜਿਸ ਦੇ ਦਿਲ ਵਿੱਚ ਕੋਈ ਕਪਟ ਨਹੀਂ। ਜਿਸ ਦਿਨ ਵੀ ਮੈਂ ਆਪਣਾ ਪਾਪ ਸਵੀਕਾਰ ਨਾ ਕੀਤਾ, ਉਸ ਦਿਨ ਹੀ ਮੇਰਾ ਸਰੀਰ ਮੇਰੇ ਕਰਾਉਣ ਨਾਲ ਬੇਜਾਨ ਹੋ ਗਿਆ। ਤੇਰਾ ਹੱਥ ਦਿਨ ਰਾਤ ਮੇਰੇ ਤੇ ਭਾਰਾ ਰਿਹਾ, ਮੇਰਾ ਬਲ ਘਟ ਗਿਆ, ਜਿਸ ਤਰ੍ਹਾਂ ਗਰਮ ਰੁੱਤ ਦੀ ਗਰਮੀ ਦੇ ਨਾਲ ਹੋ ਗਿਆ ਹੋਵੇ। ਤਦ ਮੈਂ ਆਪਣਾ ਪਾਪ ਤੇਰੇ ਸਾਹਮਣੇ ਸਵੀਕਾਰ ਕੀਤਾ। ਮੈਂ ਆਪਣਾ ਕੋਈ ਅਪਰਾਧ ਨਾ ਛੁਪਾਇਆ। ਮੈਂ ਆਪਣੇ ਦਿਲ ਨਾਲ ਹੀ ਫੈਸਲਾ ਕੀਤਾ, ਮੈਂ ਆਪਣੇ ਅਪਰਾਧ ਪ੍ਰਭੂ ਦੇ ਸਾਹਮਣੇ ਮੰਨਾਂਗਾ, ਅਤੇ ਤੂੰ ਮੇਰਾ ਪਾਪ ਮਾਫ ਕਰ ਦਿੱਤਾ। ਸੇਲਾ। ਤੇਰੇ ਮਿਲਣ ਤੇ ਤੇਰਾ ਹਰ ਭਗਤ ਤੇਰੇ ਅੱਗੇ ਪ੍ਰਾਰਥਨਾ ਕਰੇ, ਤਦ ਉਸ ਤੱਕ ਭਿਅੰਕਰ ਦੁੱਖ ਅਤੇ ਹੜ੍ਹ ਨਹੀਂ ਪਹੁੰਚ ਸਕਣਗੇ। ਤੂੰ ਮੇਰੇ ਲੁਕਣ ਦੀ ਥਾਂ ਹੈ, ਤੂੰ ਮੇਰਾ ਦੁੱਖ ਤੋਂ ਬਚਾਅ ਕਰਦਾ ਹੈ, ਤੂੰ ਮੁਕਤੀ ਦੇ ਆਨੰਦ ਨਾਲ ਮੈਨੂੰ ਭਰ ਦੇਵੇਂਗਾ। ਸੇਲਾ। ਪ੍ਰਭੂ ਨੇ ਉੱਤਰ ਵਿੱਚ ਕਿਹਾ, ਮੈਂ ਤੈਨੂੰ ਉਸ ਰਾਹ ਬਾਰੇ ਸਿਖਾਵਾਂਗਾ ਜਿਸ ਤੇ ਤੈਨੂੰ ਚੱਲਣਾ ਚਾਹੀਦਾ ਹੈ। ਮੈਂ ਤੈਨੂੰ ਆਪਣੇ ਸਾਹਮਣੇ ਸਲਾਹ ਦੇਵਾਂਗਾ। ਤੁਸੀਂ ਘੋੜੇ ਜਾਂ ਖੱਚਰ ਦੀ ਤਰ੍ਹਾਂ ਨਾ ਸਮਝ ਨਾ ਬਣੋ। ਉਹ ਲਗਾਮ ਅਤੇ ਵਾਗ ਨਾਲ ਹੀ ਕਾਬੂ ਵਿੱਚ ਰਹਿੰਦੇ ਹਨ। ਦੁਸ਼ਟ ਨੂੰ ਕਈ ਲੋਕ ਰੋਗ ਲੱਗੇ ਰਹਿੰਦੇ ਹਨ, ਪਰ ਪ੍ਰਭੂ ਤੇ ਭਰੋਸਾ ਰੱਖਣ ਵਾਲੇ ਨੂੰ ਉਸ ਦੀ ਦਇਆ ਬਚਾਈ ਰੱਖਦੀ ਹੈ। ਹੇ ਧਰਮੀਓ, ਪ੍ਰਭੂ ਦੀ ਸੰਗਤ ਵਿੱਚ ਆਨੰਦਿਤ ਹੋਵੋ। ਹੇ ਸਾਫ਼ ਦਿਲੋਂ, ਖੁਸ਼ੀ ਦਾ ਨਾਰਾ ਮਾਰੋ। Isn't that amazing ਕਿ ਉਹ ਆਪਣੇ ਪਾਪੀ ਆ ਕੇ ਪ੍ਰਭੂ ਦੇ ਅੱਗੇ ਆਪਣਾ ਪਾਪ ਮੰਨਦਾ ਪਿਆ, ਪ੍ਰਭੂ ਉਸ ਨੂੰ ਮਾਫ ਕਰਦਾ ਪਿਆ, ਔਰ ਉਸ ਦੇ ਨਾਲ ਉਸ ਨੂੰ ਪ੍ਰਭੂ ਦੀ ਆਵਾਜ਼ ਸੁਣਾਈ ਦੇ ਰਹੀ। That's the main thing। ਜਿਸ ਲਈ ਅਸੀਂ ਪ੍ਰਭੂ ਦੇ ਇਹਨਾਂ ਜਬੂਰਾਂ ਨੂੰ ਦੇਖਦੇ ਹਾਂ, ਤੇ ਇਸ ਦੇ ਵਿੱਚ ਜਿਹੜੀ ਮੇਨ ਚੀਜ਼ ਇਹ ਹੁੰਦੀ ਹੈ ਕਿ ਹਾਂ, ਜਬੂਰ ਲਿਖਣ ਵਾਲਾ ਇਹ ਕਹਿ ਰਿਹਾ, ਪਰ ਪ੍ਰਭੂ ਦੀ ਆਵਾਜ਼ ਕੀ ਕਹਿ ਰਹੀ। ਸੋ ਪਹਿਲੇ ਹਿੱਸਿਆਂ ਦੇ ਵਿੱਚ ਉਸਨੇ ਇੱਕ ਜਨੈਰਿਕ ਚੀਜ਼ ਕਹੀ ਹੈ ਕਿ ਧੰਨ ਉਹ ਮਨੁੱਖ ਆ। ਔਰ ਦੇਖੋ, ਹਰੇਕ ਚੀਜ਼ ਪਰਸਨਲ ਆ। ਉਸਨੇ ਇਹ ਨਹੀਂ ਕਿਹਾ ਉਹ ਸਾਰੇ ਹੀ ਮਨੁੱਖ ਧੰਨ। ਉਸਨੇ ਇੱਕ ਚੀਜ਼ ਕਹੀ ਹੈ ਕਿ ਧੰਨ ਉਹ ਮਨੁੱਖ ਆ ਜਿਸ ਦੇ ਪਾਪ ਮਾਫ ਹੋ ਚੁੱਕੇ। ਕਿਉਂ ਪ੍ਰਭੂ ਖੁਸ਼ ਹੈ? ਕਿਉਂ ਪ੍ਰਭੂ ਕਹਿ ਰਿਹਾ ਕਿ ਮੈਂ ਆਪਣੇ ਬੰਦੇ ਦਾਊਦ ਦੀ ਖਾਤਰ ਤੇਰਾ ਗੁਨਾਹ ਮਾਫ ਕਰਦਾ। ਤੂੰ ਮਾਫ ਹੋਣ ਦੇ ਯੋਗ ਨਹੀਂ, ਤੂੰ ਇਸ ਦੇ ਯੋਗ ਨਹੀਂ ਇਸ ਵੇਲੇ ਕਿ ਮੈਂ ਤੈਨੂੰ ਪੁੱਤਰ ਦੀ ਦਾਤ ਦੇਵਾਂ। ਤੂੰ ਇੰਨਾ ਘਿਨਾਉਣਾ ਕੰਮ ਤੇਰੇ ਬਾਪ ਨੇ ਕੀਤਾ ਔਰ ਤੁਸੀਂ ਕੀਤਾ ਕਿ ਈਵਨ ਮੇਰੇ ਮੰਦਰ ਨੂੰ ਵੀ ਲੁਟਾ ਕੇ ਰੱਖ ਦਿੱਤਾ ਤੁਸੀਂ। ਔਰ ਮੇਰੇ ਜੋ ਮੈਂ ਤੁਹਾਨੂੰ ਈਜਿਪਟ ਤੋਂ ਦੇ ਕੇ ਤੋਰਿਆ ਸੀ, ਉਹ ਈਜਿਪਟ ਦੇ ਵਿੱਚ ਵਾਪਸ ਚਲਾ ਗਿਆ। ਔਰ ਉਹ ਸਾਰਾ ਕੁਝ ਹੁੰਦਿਆਂ ਹੋਇਆਂ, ਸਭ ਕੁਝ ਹੋਣ ਤੇ ਵੀ ਪ੍ਰਭੂ ਨੇ ਕਿਹਾ ਕਿ ਤੂੰ ਯੋਗ ਤਾਂ ਨਹੀਂ, ਪਰ ਮੈਂ ਤੇਰੇ ਦਾਦੇ ਦਾਊਦ ਦੀ ਖਾਤਰ ਤੈਨੂੰ ਪੁੱਤਰ ਦੀ ਦਾਤ। ਔਰ ਦਾਦਾ ਕੌਣ ਸੀ? ਦਾਦਾ ਕੀ ਸੀ? ਦਾਦਾ ਆਹਾ ਸੀ। It's about us, it's about me। ਮੈਂ ਕਿੱਦਾਂ ਜਿਉਂਦਾ। ਔਰ ਅਗਰ ਮੈਂ ਪ੍ਰਭੂ ਦੇ ਨਾਲ ਚੱਲਦਾ ਰਵਾਂ, ਇਹ ਚੀਜ਼ ਨਹੀਂ ਹੈਗੀ ਕਿ ਮੈਂ ਪਾਪ ਨਹੀਂ ਕਰਨਾ। ਮੈਂ ਵੀ ਪਾਪ ਕਰਦਾ, ਮੇਰੇ ਤੋਂ ਵੀ ਹੁੰਦਾ ਹੈ।
लेकिन मैं प्रभु तो एको चीज सीखी है कि प्रभु के मोरे चल जा। बंदे ने नहीं माफ करना, बंदे तुम छड़ दो, प्रभु के मोरे चला जा बस। वो ते रहम करे। जब तुसी कहने के पास्टर सोता तेन चीज दिस किदां पैंदी, पढ़दे तुसी विचों कोई चीज कढ लिया, किदां कढ लिया? इको ही चीज, बद बोल हो गया, प्रभु की हजूरी चल जाओ। बंदे तो भी सॉरी मंग लो, बंदा माफ नहीं करता, रड़क रखता, कढ़दा फिर टाइम से कढ़ लैन। पर प्रभु तो उस वेले चल, क्योंकि जैसे प्रभु तो नहीं जानते तो फिर ये जड़ा मिठा नीर है ना, ये बंद हो जाता, ये मिठा पानी बंद हो। सो इत्थे असीं की देखते पे, वो मनुख धन जिसका पाप ढक्या जा चुका, जिसका गुनाह माफ हो चुका, वो मनुख धन जिसने प्रभु दोषी नहीं ठहराउंदा, जिसके दिल दे विच कपट नहीं। बहुत सोहनी गल। लेकिन फिर उसने अपना हाल दसना शुरू किया, जिस दिन मैं अपना पाप स्वीकार ना किया, तो दिल च कपट होगा तो पाप करूंगा। जिस दिन मैं अपना पाप स्वीकार ना किया, मेरा शरीर मेरे कराउण दे नाल बेजान हो गया। और फिर मैं की किया, तद मैं अपना पाप तेरे सामने स्वीकार किया, अपना कोई अपराध ना छुपाया। मैं अपने दिल च फैसला किया, मैं अपने अपराध प्रभु दे सामने मन्नांगा, उसके सामने रखांगा, अपना गर्भज कढ़ के प्रभु दे सामने रखांगा। पत्थर दियां मूर्तियां वांग वो फुल नहीं मांगदा, और वो फुल सुंघदियां भी नहीं। वो साडा वो गुनाह मंगदा जे तो सड़ा दौंदी। वो मंगदा, और ओनू वो फुल्लां दे विच बदल दिंदा। ओदे विच वो फुल उगदा। रूड़ी ते सब तो सोहने फुल उगदे, प्रभु ही उगा सकदा। ठीक। फिर देखो कितनी प्यारी, कहता तेरे मिलन ते हुण गल आई, रास्ता साफ हो गया। मैं अपना पाप मन्निया, उसने मेरा पाप माफ कर दिता, हुण रास्ता साफ हो गया, हुण रस्ते च कोई रुकावट नहीं रही। तेरे मिलन ते तेरा हर भगत तेरे अगे प्रार्थना करे, तद उस तक भयंकर दुख अते भयंकर दुख अते हड़ नहीं पहुंच सकणगे। तू मेरे लुकण दी थां है, तू मेरा दुख तो बचा करता है, तू मुक्ति दे आनंद दे नाल मैनू भर दे। आनंद तो वो ही आ जिहड़ा घर जाना है, जिहड़ा घर जाना। ये ना सोच रविंद्र तू अज 52 सालों का हो गया, तू ये सोच कि जो 70 प्रभु ने 70 कहे तो 18 रह गए घर जाने। घर जाना वो खुशी है, बस घर जाना अपनी मुक्ति के आनंद के नाल। मेरी अखां वो सिंघासन दे वाल ला दे जिथे यसू बैठा, और जिथे मेरा मुक्तिदाता बैठा, जिथे वो बैठा जिसने जिसने मेरी ते ये दया की। तो आखिरी चीज उसने बहुत प्यारी कही,
ਫਿਰ ਪ੍ਰਭੂ ਨੇ ਕਿਹਾ, ਰਸਤਾ ਸਾਫ਼ ਹੋ ਗਿਆ, ਹੁਣ ਉਹਨੂੰ ਪ੍ਰਭੂ ਦੀ ਆਵਾਜ਼ ਸੁਣਾਈ ਦਿੰਦੀ ਪਈ ਆ। ਪ੍ਰਭੂ ਨੇ ਕਿਹਾ, ਮੈਂ ਤੈਨੂੰ ਉਸ ਰਾਹ ਦੇ ਬਾਰੇ ਸਿਖਾਵਾਂਗਾ ਜਿੱਥੇ ਤੈਨੂੰ ਚੱਲਣਾ ਚਾਹੀਦਾ ਹੈ, ਮੈਂ ਤੈਨੂੰ ਆਪਣੇ ਸਾਹਮਣੇ ਸਲਾਹ ਦੇਵਾਂਗਾ। ਔਰ ਫਿਰ ਉਹ ਬਾਕੀਆਂ ਨੂੰ ਕਹਿ ਰਿਹਾ, ਤੁਸੀਂ ਘੋੜੇ ਤੇ ਖੱਚਰ ਦੀ ਤਰ੍ਹਾਂ ਨਾ ਬਣੋ। ਇਸ ਕਰਕੇ ਦਾਊਦ ਦੀ ਖਾਤਰ ਉਸਨੇ ਉਸ ਨੂੰ ਪੁੱਤਰ ਦੀ ਦਾਤ ਦਿੱਤੀ। Let us pray. ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੀ ਤੇਰੇ ਵਚਨ ਦੇ ਲਈ, ਤੇਰੀ ਦਇਆ ਦੇ ਲਈ, ਆਪਣੇ ਭੈਣ ਭਰਾਵਾਂ ਦੇ ਲਈ। ਮੈਂ ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦਾ। ਮੇਰੇ ਪਿਆਰੇ ਪ੍ਰਭੂ, ਤੂੰ ਇਹਨਾਂ ਦੇ ਉੱਤੇ ਇੱਕ ਰਹਿਮ ਪਾ ਕੇ ਰੱਖ, ਹੋਣ ਦੇ ਕੇ ਆਉਣ ਵਾਲੀ ਸੰਤਾਨ ਵੀ ਇਹ ਸੁਣੇ ਔਰ ਦੇਖੇ ਕਿ ਸਾਡੀ ਮਾਂ ਦੀ ਖਾਤਰ, ਸਾਡੇ ਬਾਪ ਦੀ ਖਾਤਰ ਪ੍ਰਭੂ ਨੇ ਸਾਡੇ ਘਰ ਦੇ ਉੱਤੇ ਆਪਣੀ ਦਇਆ ਰੱਖੀ, ਵਿਸ਼ਵਾਸ ਬਣਾ ਕੇ ਰੱਖਿਆ ਹੈ, ਆਪਣੀ ਨਜ਼ਦੀਕੀ ਦੇ ਵਿੱਚ ਸਾਨੂੰ ਰੱਖਿਆ। ਪਿਆਰੇ ਪ੍ਰਭੂ, ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖੀ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਔਰ ਸਾਰੇ ਭੈਣ ਭਰਾ ਕਹਿਣ ਬਲੈਸ ਯੂ। ਕੱਲ ਨੂੰ ਮਿਲਾਂਗੇ। ਖੁਦਾਵੰਦ ਤੁਹਾਨੂੰ ਸਭ ਨੂੰ ਬਰਕਤ।